जब असी मरन ते आ गए फिर असी 10-12 लैके ही मरांगे, फिर चाहे MP हो चाहे कैप्टन साहब हो, जिहड़ा मर्जी हो। मरना तो हैगा ही आ, इदां भी मरे तो उदां भी मरे। सब तो माड़े कंट्री बनाते इन्हां सरकारां ने। भाजी की करिए, पहला जिम का काम सी मोटिवेट करना। गुजारा हो जाएगा जिम सेल करके, जी पाओगे इस लाइन तो बगैर? भाजी जी तो नहीं पावांगे। 4.5 महीने के तकरीबन हो चले हैं, हजे तक सारे अदारे ओपन है, हजे तक साडा जिम ही क्यों नहीं है? कई बार साडे दिल भी चाहता कि असी लाइन ही गलत चुन ली यार। पहली गोली खानी भी तो असीं अगे होकर खावांगे। व्यापारी का जिहड़ा चीज़ होंदी है बच्चों को पालदा, बच्चों को पाल के वड्डा करदा, जिद्दां बूटा लाने दरख्त बनता, फिर उम्मीद होंदी उहदा फल आऊगा। चलो ठीक है, मान लिया भी असी बीमारी नूं निजात पाना, असी लड़न नूं तैयार हाँ, पर इहदा मतलब ये तो नहीं सानूं खाली पेट लड़िया जाए। पंजाब की कैप्टन सरकार तो उम्मीद सी भी बिजली के बिल माफ़ हो जाएंगे, इन्हों के बंद जिम्मां ते बिल आने लग पे, चाहे पैलेस है चाहे सिनेमा हॉल है, सारे ते बंद बिल आने लग पे। असी समुंदर 'च बूंद पा सकते हैं, समुंदर नहीं भर सकते, समुंदर सरकारां भर सकदियां। मान लिया असी घर बैठण नूं तैयार हैं, पर घट्टो घट्ट साढ़े बिजली के बिल तो माफ़ कर देंगे, फीसां तो माफ़ कर देंगे, टैक्स तो माफ़ कर देंगे। बापू जी 3 बंदर दिखाते होंगे ना, अखां भी बंद, कान भी बंद, बोलना भी कुछ नहीं, तो तीनों चीज़ां करके बैठे, पर यह चलना नहीं है। ये भगत सिंह का युग चल रहा। कई बार ना बड़ी शांति होंगी, वो कहते शांति क्यों, कहते तूफान तो आने तो पहलों की शांति है। सरकारां समझण जे तूफान आ गया ना, तूफान दे विच बचदा कुछ नहीं होंदा। जिहड़े अपने आप नूं बड़े वड्डे समझदे ना, कंस वर्गे चले गए, रावण वर्गे चले गए। तूफान जो तूफान आंदा कोई रहिंदा नहीं होंदा, इस करके तूफान नूं समझो। पर साडे मरण तो बाद आके कोई सोले गावे, ਉਹਦਾ ਕੀ ਫਾਇਦਾ? जींदे जी किसी ਨੂੰ ਪੁੱਛ ਲਓ। ਅਸੀਂ ਕੋਈ ਗਲਤ ਲਾਈਨ ਚੁਣ ਲਈ ਹੈ, ਠੀਕ ਹੈ ਜੀ। ਜਾਂ ਤਾਂ ਅਸੀਂ ਸ਼ਰਾਬ ਵੇਚਦੇ ਹੁੰਦੇ, ਉਹ ਜ਼ਿਆਦਾ ਬੈਟਰ ਸੀਗਾ। 1 ਅਗਸਤ ਤੱਕ ਜਿਮ ਖੋਲ੍ਹ ਦਿਓ, ਕਿਉਂਕਿ ਸਾਡਾ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਵਾ, ਬਿਲਕੁਲ ਹੀ। ਜਿਮ ਨੂੰ ਇੰਨਾ ਕੁ ਪਿਆਰ ਕਰਦਾ, ਮੰਦਰ ਗੁਰਦੁਆਰਾ ਸਭ ਕੁਝ ਸਾਡੇ ਲਈ ਇਹੀ ਆ। PV ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਤੁਸੀਂ ਲਗਾਤਾਰ ਦੇਖ ਰਹੇ ਹੋ, ਪਿਛਲੇ ਦਿਨਾਂ 'ਚੋਂ ਜਿਮ ਓਪਨ ਨੂੰ ਕਰਾਉਣ ਦੇ ਲਈ ਪ੍ਰੋਟੈਸਟ ਕੀਤੇ ਜਾਂਦੇ ਨੇ, ਚੌਂਕਾਂ ਦੇ ਵਿੱਚ ਥਾਲੀਆਂ ਵੀ ਖੜਕਾਈ ਜਾਂਦੀਆਂ ਨੇ, ਠੇਕੇ ਦੇ ਬਾਹਰ ਖੜ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ, ਪਰ ਪ੍ਰਦਰਸ਼ਨ ਦਾ ਅਸਰ ਗੌਰਮੈਂਟ 'ਤੇ ਕੋਈ ਨਹੀਂ ਹੁੰਦਾ। ਅੱਜ ਜਿਮ ਮਾਲਕ ਜਿਹੜੇ ਨੇ, ਜਿਨ੍ਹਾਂ ਨੇ ਜਿਮ ਫਿਟਨੈਸ ਦੇ ਲਈ ਖੋਲ੍ਹੇ ਸੀਗੇ, ਅੱਜ ਉਹਨਾਂ ਨੇ ਆਪਣੇ ਜਿਮ ਸੇਲ 'ਤੇ ਲਾਤੇ ਨੇ। ਜਿਮ ਸੇਲ ਦਾ ਬੈਨਰ ਲਾਇਆ ਵਾ। ਸਰ ਤੁਸੀਂ ਕੀ ਇਸ਼ੂਜ਼ ਹੋ ਗਏ ਤੁਹਾਡੇ? ਪਹਿਲਾਂ ਤਾਂ ਦੇਖੋ PV ਲਾਈਵ ਦਾ ਦਿਲੋਂ ਥੈਂਕਸ ਕਿ ਜੋ ਸਾਡੀ ਦੁੱਖ ਦੇ ਵੇਲੇ ਵੀ ਸਾਡੀ ਆਵਾਜ਼ ਜਿਹੜੀ ਆ ਸਰਕਾਰ, ਭਾਵੇਂ ਉਹ ਸੈਂਟਰ ਹੈ ਭਾਵੇਂ ਪੰਜਾਬ ਹੈ, ਉੱਥੇ ਤੱਕ ਪਹੁੰਚਾਉਂਦੀ ਆ। ਭਾਈ ਜਿਮ ਸੇਲ ਨਾ ਕਰੀਏ ਤਾਂ ਦੱਸੋ ਕੀ ਕਰੀਏ? 4.5 ਮਹੀਨੇ ਦੇ ਤਕਰੀਬਨ ਹੋ ਚੱਲੇ ਆ, ਹਜੇ ਤੱਕ ਸਾਰੇ ਅਦਾਰੇ ਓਪਨ ਹੈ, ਹਜੇ ਤੱਕ ਸਾਡਾ ਜਿਮ ਹੀ ਕਿਉਂ ਨਹੀਂ ਹੈ? ਜਦ ਕਿ ਅਗਰ ਦੇਖਿਆ ਜੇ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਸਤੇ ਜਿਮ ਦਾ ਬਹੁਤ ਵੱਡਾ ਮਹੱਤਵ ਹੈ। ਇਹ ਨਹੀਂ ਹੈ ਕਿ ਅਸੀਂ ਰੈਵਨਿਊ ਨਹੀਂ ਦੇ ਰਹੇ ਅਤੇ ਸਾਡੇ ਜਿਮ ਤੱਕ ਬੰਦ ਆ। ਅਸੀਂ ਤੁਸੀਂ ਲਗਾਓ ਕਿ ਕਈ ਵਾਰੀ ਸਾਡੇ ਦਿਲ ਵਿੱਚ ਆਉਂਦਾ ਕਿ ਅਸੀਂ ਲਾਈਨ ਹੀ ਗਲਤ ਚੁਣ ਲਈ ਯਾਰ, ਕਿ ਲੋਕਾਂ ਦੀ ਸੇਵਾ ਉਹਨਾਂ ਨੂੰ ਫਿੱਟ ਕਰਨ ਦੀ। ਅਤੇ ਸਾਨੂੰ ਜਿਹੜਾ ਹੈਗਾ, ਜਾਂ ਤਾਂ ਦੇਖੋ ਚੁਣਨਾ ਚਾਹੀਦਾ ਸਰਕਾਰਾਂ ਦੀ ਰੈਵਨਿਊ ਬਾਰੇ, ਜਾਂ ਤਾਂ ਦਾਰੂ ਵੇਚਣ 'ਤੇ ਲੱਗੀਏ। ਤੁਸੀਂ ਕਾਫੀ ਭਾਵੁਕ ਨਜ਼ਰ ਆ ਰਹੇ ਹੋ, ਫਾਈਨੈਂਸ਼ੀਅਲੀ ਪ੍ਰੈਸ਼ਰਾਈਜ਼ ਸਮਝ ਲਓ ਇਹਨੂੰ, ਜਾਂ ਫੈਮਿਲੀ ਇਸ਼ੂਜ਼ ਸਮਝ ਲਓ, ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਟ੍ਰੇਨਰ ਉਹਨਾਂ ਨੂੰ ਸਮਝ ਲਓ। ਤੁਹਾਡੇ 'ਤੇ ਕਾਫੀ ਬਰਡਨ ਮਹਿਸੂਸ ਹੋ ਰਿਹਾ ਵਾ। ਅੱਜ ਤੋਂ ਪਹਿਲਾਂ ਵੀ ਆਪਾਂ ਤੁਹਾਡੀ ਕਾਫੀ ਇੰਟਰਵਿਊਜ਼ ਕੀਤੀਆਂ ਨੇ, ਪਰ ਤੁਹਾਡਾ ਇਹੋ ਜਿਹਾ ਨਜ਼ਰੀਆ ਮੈਂ ਪਹਿਲੀ ਵਾਰੀ ਦੇਖ ਰਿਹਾ ਵਾਂ। ਕੀ ਇਸ਼ੂਜ਼ ਆ ਗਏ ਸਰ, ਜੇ ਤੁਹਾਡਾ ਜੋ ਕਿ ਤੁਸੀਂ ਅੱਜ ਆਪਣਾ ਜਿਮ ਜਿਹੜਾ ਤੁਸੀਂ ਇੱਕ ਡਰੀਮ ਪ੍ਰੋਜੈਕਟ ਲਾਇਆ ਸੀਗਾ, ਐਜ਼ ਏ ਜਿੱਥੇ ਤੱਕ ਮੈਂ ਤੁਹਾਡੇ ਨਾਲ ਵਾਕਿਫ ਹਾਂ ਕਿ ਤੁਸੀਂ ਜਿਮ ਫਿਟਨੈਸ ਆਈਕਨ ਮੰਨੇ ਜਾਂਦੇ ਹੋ, ਅਤੇ ਯੂਥ ਨੂੰ ਫਿਟਨੈਸ ਦੇ ਔਰ ਲੈ ਕੇ ਜਾਣ ਵਾਲਾ ਮਾਲਕ ਅੱਜ ਆਪਣਾ ਜਿਮ ਹੀ ਸੇਲ 'ਤੇ ਲਾ ਰਿਹਾ ਵਾ। ਭਾਜੀ ਕੀ ਕਰੀਏ, ਪਹਿਲਾਂ ਜਿਮ ਦਾ ਕੰਮ ਸੀ ਮੋਟੀਵੇਟ ਕਰਨਾ। ਤੋ ਗੁਸਤਾਖੀ ਦੀ ਮਾਫੀ ਹੈ, ਪਰ ਤੁਸੀਂ ਦੇਖ ਸਕਦੇ ਹੋ ਜਿਮ ਓਨਰਸ ਦਾ, ਜਿਮ ਮਾਲਕਸ ਦਾ ਐਜ਼ ਏ ਪੋਜੀਸ਼ਨ ਕੀ ਹਾਲਾਤ ਨੇ। ਤੁਸੀਂ ਐਜ਼ ਏ ਕੰਡੀਸ਼ਨ ਤੁਸੀਂ ਜਿਮ ਓਨਰਸ ਦੀਆਂ ਦੇਖ ਸਕਦੇ ਹੋ, ਜਿਹੜੀਆਂ ਅਲਫਾਜ਼ਾਂ 'ਚੋਂ ਬਿਆਨ ਨਹੀਂ ਹੋ ਸਕਦੀਆਂ, ਜਿਹੜੀਆਂ ਅਲਫਾਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜਿਮ ਓਨਰਸ ਅੱਜ ਇੰਨੇ ਕੁ ਤੰਗ ਆ ਗਏ, ਇੰਨੇ ਕੁ ਪਰੇਸ਼ਾਨ ਆ ਗਏ ਕਿ ਉਹਨਾਂ ਦੇ ਭਾਵੁਕਤਾ ਇੰਨੀ ਕੁ ਬਾਹਰ ਆ ਗਈ ਕਿ ਉਹਨਾਂ ਦੇ ਅਲਫਾਜ਼ਾਂ ਦੇ ਵਿੱਚੋਂ ਹੰਝੂ ਡਿੱਗਣ ਲੱਗ ਪਏ। ਜਿਮ ਓਨਰਸ ਇੰਨੇ ਕੁ ਤੰਗ ਆ ਗਏ ਕਿ ਉਹਨਾਂ ਨੇ ਆਪਣੀ ਮਸ਼ੀਨਰੀ ਜਿਹੜੀ ਇੱਕ ਡ੍ਰੀਮ ਪ੍ਰੋਜੈਕਟ ਦੇ ਤੌਰ 'ਤੇ ਲਾਈਆਂ ਸੀਗੀਆਂ, ਉਹਨਾਂ ਨੇ ਆਪਣੀਆਂ ਜਿਮ ਮਸ਼ੀਨਰਾਂ ਸੇਲ 'ਤੇ ਲਾਤੀਆਂ।
ਬੜੇ ਸਵਾਲ ਖੜੇ ਹੁੰਦੇ ਨੇ। ਜਿਮ ਓਨਰਸ ਅੱਜ ਜਿਹੜੀ ਇੰਨੀ ਕੁ ਪੋਜੀਸ਼ਨ ਤੇ ਆ ਗਏ ਕਿ ਅੱਜ ਉਹਨਾਂ ਨੇ ਆਪਣਾ ਜਿਹੜਾ ਡ੍ਰੀਮ ਪ੍ਰੋਜੈਕਟ ਲਾਇਆ ਸੀਗਾ ਉਹਨਾਂ ਨੂੰ ਸੇਲ ਤੇ ਲਾਤਾ। ਸਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਕੋਈ ਵੀ ਕੰਮ ਹੁੰਦਾ ਨਾ ਬੰਦੇ ਦਾ, ਇੱਕ ਵਪਾਰੀ ਦਾ ਜਿਹੜਾ ਚੀਜ਼ ਹੁੰਦੀ ਹੈ ਬੱਚਿਆਂ ਵਾਂਗੂ ਪਾਲਦਾ, ਬੱਚਿਆਂ ਵਾਂਗੂ ਪਾਲ ਕੇ ਵੱਡਾ ਕਰਦਾ, ਜਿੱਦਾਂ ਬੂਟਾ ਲਾਉਂਦੇ ਦਰਖਤ ਬਣਦਾ, ਫਿਰ ਉਮੀਦ ਹੁੰਦੀ ਉਹਦਾ ਫਲ ਆਊਗਾ। ਜਿਹੜੇ ਜਿਮ ਰੀਗਲ ਵਾਲੇ ਆ ਜਾਂ ਸਾਰੇ ਜਿੰਨੇ ਜਿੰਮਾਂ ਵਾਲੇ ਮਾਲਕ ਆ ਜਿਹੜੇ ਜਿਨ੍ਹਾਂ ਨੇ ਬੜੀਆਂ ਮਿਹਨਤਾਂ ਕਰਕੇ 15 16 ਸਾਲ ਆ ਕੇ ਆਪਣਾ ਖੜਾ ਕੀਤਾ ਸੀ, ਜਿਮ ਖੜੇ ਕੀਤੇ ਸੀਗੇ ਜਿੱਥੇ ਲੋਕਾਂ ਦੀ ਬੋਡੀ ਡਿਟੌਕਸ ਹੁੰਦੀ ਹੈ। ਇਹ ਗਾਈਡਲਾਈਨ ਵੀ ਹੈ, ਡਾਕਟਰ ਵੀ ਕਹਿੰਦੇ ਕਿ 100 ਕਿੰਨੀਆਂ ਬਿਮਾਰੀ ਤੋਂ ਬਚਿਆ ਜਾਂਦਾ, ਪਰ WHO ਤੋਂ ਪਤਾ ਨਹੀਂ ਕਿਹੜੀ ਗਾਈਡਲਾਈਨ ਆਈ ਹੈ ਜਿਹੜੇ ਜਿਮ ਨਹੀਂ ਖੋਲ੍ਹਣ ਦਿੱਤੇ ਜਾ ਰਹੇ। ਚਲੋ ਠੀਕ ਹੈ, ਮੰਨ ਲਿਆ ਵੀ ਅਸੀਂ ਬਿਮਾਰੀ ਨੂੰ ਨਿਜਾਤ ਪਾਉਣਾ, ਅਸੀਂ ਲੜਨ ਨੂੰ ਤਿਆਰ ਹਾਂ, ਪਰ ਇਹਦਾ ਮਤਲਬ ਇਹ ਤਾਂ ਨਹੀਂ ਸਾਨੂੰ ਖਾਲੀ ਪੇਟ ਲੜਿਆ ਜਾਵੇ। ਖਾਲੀ ਪੇਟ ਤਾਂ ਨਹੀਂ ਲੜਿਆ ਜਾ ਸਕਦਾ। ਜਿਹੜੀ ਸਰਕਾਰਾਂ ਤੋਂ, ਕੇਂਦਰ ਸਰਕਾਰ ਤੋਂ ਵੀ ਉਮੀਦ ਸੀ ਉਹਨਾਂ ਨੇ ਨਹੀਂ ਖੋਲ੍ਹਿਆ। ਜੇ ਪੰਜਾਬ ਸਰਕਾਰ ਦੀ ਗੱਲ ਕਰੀਏ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਪਰ ਪੰਜਾਬ ਦੀ ਕੈਪਟਨ ਸਰਕਾਰ ਤੋਂ ਉਮੀਦ ਸੀ ਵੀ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ। ਇਹਨਾਂ ਦੇ ਬੰਦ ਜਿੰਮਾਂ ਦੇ ਬਿੱਲ ਆਉਣ ਲੱਗ ਪਏ, ਚਾਹੇ ਪੈਲਸ ਹੈ ਚਾਹੇ ਸਿਨੇਮਾ ਹਾਲ ਹੈ, ਸਾਰੇ ਦੇ ਬੰਦ ਬਿੱਲ ਆਉਣ ਲੱਗ ਪਏ। ਉਹ ਯਾਰ ਤੁਹਾਡੇ ਕਮਾਈ ਦੇ ਆਧਾਰੇ ਬੰਦ ਨਹੀਂ ਹੋਏ, ਸਾਡੇ ਕਮਾਈ ਦੇ ਆਧਾਰੇ ਬੰਦ ਹੈ। ਸਾਡੇ ਤੇ ਟੈਕਸ ਵੀ ਪੈ ਰਿਹਾ, ਕਾਰਾਂ ਦੀਆਂ ਇੰਸ਼ੋਰੈਂਸਾਂ ਵੀ ਆ ਗਈਆਂ, ਉਹ ਵੀ ਦੇਣੀਆਂ ਪੈ ਰਹੀਆਂ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਵੀ ਸਾਨੂੰ ਹਰ ਲੜਾਈ ਦੇ ਵਿੱਚ ਲੋਕਾਂ ਨੇ ਪਾਤਾ। ਪਰ ਸਰਕਾਰ ਦੀ ਜ਼ਿੰਮੇਵਾਰੀ ਕੀ ਸੀ? ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਮੈਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ, ਅਸੀਂ ਹਰ ਲੜਾਈ ਲੜਨ ਨੂੰ ਤਿਆਰ ਹਾਂ। ਜੇ ਪਹਿਲੀ ਗੋਲੀ ਖਾਣੀ ਪਈ ਤਾਂ ਅਸੀਂ ਅੱਗੇ ਹੋ ਕੇ ਖਾਵਾਂਗੇ, ਪਰ ਇਹਦਾ ਮਤਲਬ ਇਹ ਨਹੀਂ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੇ ਨੇ ਵੀ ਕਹਿੰਦੇ ਨੇ ਵੀ ਬਿੱਲੀ ਲੰਘ ਜੂਗੀ, ਕਬੂਤਰ ਅੱਖਾਂ ਬੰਦ ਕਰਨ ਦੇ, ਬਿੱਲੀ ਲੰਘਣੀ ਕੋਈ ਨਹੀਂ। ਲੋਕ ਬਹੁਤ ਫੈਟਅਪ ਹੈ, ਜੇ ਇਹਨਾਂ ਦੀ ਭਾਵਨਾ ਦੀ ਕਦਰ ਨਾ ਕੀਤੀ ਤਾਂ ਜਿਹੜੇ ਨਤੀਜੇ ਹੋਣਗੇ ਇਹ ਖੁਦ ਭੁਗਤਣਗੇ। ਸਰਕਾਰਾਂ ਦੀਆਂ ਅੱਖਾਂ ਖੋਲ੍ਹਣ ਦੇ ਲਈ ਦੁੱਧ ਦੇ ਠੇਕੇ ਲਾਤੇ, ਪੈਟਰੋਲ ਦਾ ਲੰਗਰ ਲਾਤਾ ਜਿਹੜਾ ਇਤਿਹਾਸ 'ਚ ਅੱਜ ਤੋਂ ਪਹਿਲਾਂ ਨਹੀਂ ਹੋਇਆ ਸੀਗਾ। ਯੂਥ ਆਈਕਨ ਹੋ ਸਰ, ਤੁਸੀਂ ਯੂਥ ਸਾਡੇ ਵੱਲ ਨੂੰ ਦੇਖ ਰਿਹਾ ਵਾ, ਤੁਸੀਂ ਉਹਨਾਂ ਦੀ ਸੈਰ ਲਈ ਜਾਂ ਆਪਣੀ ਪਾਰਟੀ ਪੱਧਰ ਤੇ ਜਿਮ ਓਨਰਸ ਦੀ ਫੰਡਿੰਗ ਦੇ ਲਈ ਕੀ ਸੋਚ ਰਹੇ? ਦੇਖੋ, ਨਾ ਤਾਂ ਮੈਂ ਬ੍ਰਾਂਡ ਆ ਕੋਈ, ਨਾ ਮੈਂ ਕਿਸੇ ਦਾ ਆਈਕਨ ਹੈ। ਮੈਂ ਤਾਂ ਆਪ ਭਗਤ ਸਿੰਘ ਦੇ ਪਿੱਛੇ ਚੱਲਿਆ, ਦਸਮ ਪਾਤਸ਼ਾਹ ਦੇ ਪਿੱਛੇ ਚੱਲਿਆ, ਉਸ ਰਾਮ ਜੀ ਦੇ ਪਿੱਛੇ ਚੱਲਿਆ। ਉਹਦਾ ਕਾਰਨ ਕੀ ਆ? ਸਾਡੀ ਪੰਜਾਬ ਦੀ ਧਰਤੀ ਦੇ ਵਿੱਚ ਇੱਕ ਕੋਈ ਇਹੋ ਜਿਹੀ ਮਿੱਟੀ ਹੈ, ਇਹੋ ਜਿਹਾ ਪਾਣੀ ਹੈ, ਸਾਨੂੰ ਅਗਰੈਸਿਵ ਕਰਦੀ ਹੈ, ਤਾਂ ਕਰਦੀ ਹੈ ਵੀ ਅਸੀਂ ਸੇਵਾ ਕਰੀਏ, ਕਿਉਂਕਿ ਅਸੀਂ ਆਪਣਾ ਇਤਿਹਾਸ ਕੱਢਦੇ ਹਾਂ, ਅਸੀਂ ਤੇ ਸੇਵਾ ਹੀ ਸੇਵਾ, ਸ਼ਹਾਦਤਾਂ ਹੀ ਸ਼ਹਾਦਤਾਂ, ਸੇਵਾ ਹੀ ਸੇਵਾ, ਅਤੇ ਤਾਂ ਕਰਕੇ ਸਾਡਾ ਦਿਲ ਖੋਲ੍ਹਦਾ ਵੀ ਜਦੋਂ ਲੋਕ ਤੰਗ ਆਉਂਦੇ ਆ। ਦੇਖੋ, ਅਸੀਂ ਕਿਸੇ ਨੂੰ ਰਾਸ਼ਨ ਪਹੁੰਚਾਉਣ ਤੱਕ ਕੋਸ਼ਿਸ਼ ਕੀਤੀ ਹੈ, ਕਿਸੇ ਨੂੰ ਲੰਗਰ ਪਹੁੰਚਾਉਣ ਤੱਕ ਅੱਜ 129ਵਾਂ ਦਿਨ ਤਕਰੀਬਨ ਹੋ ਚੁੱਕਾ। ਮਤਲਬ ਤੁਸੀਂ ਦੇਖੋ ਵੀ ਅਸੀਂ ਐਡੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ, ਅਸੀਂ ਆਪਣੇ ਵੱਲੋਂ ਕਰੀ ਜਾ ਰਹੇ ਹਾਂ, ਪਰ ਅਸੀਂ ਸਮੁੰਦਰ 'ਚ ਬੂੰਦ ਪਾ ਸਕਦੇ ਹਾਂ, ਸਮੁੰਦਰ ਨਹੀਂ ਭਰ ਸਕਦੇ। ਸਮੁੰਦਰ ਸਰਕਾਰਾਂ ਭਰ ਸਕਦੀਆਂ, ਪਰ ਸਰਕਾਰਾਂ ਅੱਖਾਂ ਬੰਦ ਕਰਕੇ। ਪਾਰਟੀ ਪੱਧਰ ਤੇ ਤੁਸੀਂ ਕੀ ਪਾਰਟੀ ਪੱਧਰ ਤੇ ਇਹਨਾਂ ਦੇ ਨਾਲ ਖੜੇ ਆ, ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਨਹੀਂ। ਪਰ ਇੱਕ ਜਿੰਮ ਤਾਂ ਨਹੀਂ ਹੈਗਾ ਨਾ, ਅਸੀਂ ਇੱਕ ਨੂੰ ਕਰ ਲਾਂਗੇ, ਦੋ ਨੂੰ ਕਰ ਲਾਂਗੇ, ਚਾਰ ਨੂੰ ਕਰ ਲਾਂਗੇ। ਜਿੱਦਾਂ ਅਸੀਂ ਪਿਛਲੇ ਦਿਨਾਂ 'ਚ ਇੱਕ ਬੱਚੇ ਨੂੰ ਮੋਬਾਈਲ ਦੇ ਕੇ ਆਏ, ਸਮਾਰਟਫੋਨ। ਪਰ ਸਰਕਾਰਾਂ ਕਿਉਂ ਨਹੀਂ ਜਾਗੀਆਂ? ਜਿਨ੍ਹਾਂ ਨੇ ਵਾਅਦੇ ਕੀਤੇ ਸੀ, ਵਾਅਦੇ ਸਰਕਾਰਾਂ ਨੇ ਕੀਤੇ ਆ, ਅਸੀਂ ਵਾਅਦੇ ਨਹੀਂ ਕੀਤੇ। ਅਸੀਂ ਤਾਂ ਇਹ ਵਾਅਦਾ ਕਰਦੇ ਜਿੱਥੇ ਔਖੀ ਘੜੀ ਹੋਊਗੀ ਇਹਨਾਂ ਦੇ ਨਾਲ ਖੜ ਜਾਾਂਗੇ। ਅਸੀਂ ਤਾਂ ਆਪ ਅੱਜ ਔਖੀ ਘੜੀ 'ਚ, ਪਰ ਅਸੀਂ ਜਿੱਥੇ ਸਾਨੂੰ ਕਹਿਣਗੇ ਕਰ ਲਾਂਗੇ। ਪਰ ਹਜ਼ਾਰਾਂ ਲੱਖਾਂ ਜਿੰਮ ਹੈ, ਉਹ ਭਾਵਨਾ ਹੀ ਨਹੀਂ ਸਮਝ ਰਹੀ। ਸਰਕਾਰ ਸੁੱਤੀ ਹੀ ਪਈ ਹੈ, ਸਰਕਾਰ ਸੁੱਤੀ ਵੀ। ਮੈਂ ਮੰਨ ਲਿਆ ਸੀ ਘਰ ਬੈਠਣ ਨੂੰ ਤਿਆਰ ਹੈ, ਪਰ ਘੱਟੋ ਘੱਟ ਸਾਡੇ ਬਿਜਲੀ ਦੇ ਬਿੱਲ ਤਾਂ ਮਾਫ ਕਰ ਦਿੰਦੇ, ਫੀਸਾਂ ਤਾਂ ਮਾਫ ਕਰ ਦਿੰਦੇ, ਟੈਕਸ ਤਾਂ ਮਾਫ ਕਰ ਦਿੰਦੇ, ਪਰ ਸਰਕਾਰਾਂ ਜਾਗ ਨਹੀਂ ਰਹੀਆਂ। ਇਹ ਹੁਣ ਲੋਕ ਰਾਏ ਬਣ ਚੁੱਕੀ ਹੈ। ਅੱਜ ਤੁਸੀਂ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਟਰੋਲ ਦੇਖਿਆ ਕਰੋ, ਕਿੰਨੇ ਟਰੋਲ ਹੁੰਦੇ ਆ, ਇਹਨਾਂ ਨੂੰ ਕਿੰਨੀ ਬੇਇੱਜ਼ਤੀਆਂ ਇਹਨਾਂ ਦੀਆਂ ਹੁੰਦੀਆਂ। ਜੇ ਇਹਨਾਂ ਨੂੰ ਫਿਰ ਵੀ ਨਹੀਂ ਦਿਖਦਾ ਨਾ, ਤੇ ਫਿਰ ਮੈਂ ਸਮਝਾਂਗਾ ਕਿ ਅੱਖਾਂ ਵੀ ਬੰਦ ਹੈ, ਕੰਨ ਵੀ ਬੰਦ ਹੈ। ਉਹ ਬਾਪੂ ਜੀ ਦੇ 3 ਬੰਦਰ ਦਿਖਾਉਂਦੇ ਹੁੰਦੇ ਸੀ ਨਾ, ਅੱਖਾਂ ਵੀ ਬੰਦ, ਕੰਨ ਵੀ ਬੰਦ, ਬੋਲਣਾ ਵੀ ਕੁਝ ਨਹੀਂ, ਤੇ ਤਿੰਨੋਂ ਚੀਜ਼ਾਂ ਕਰਕੇ ਬੈਠੇ। ਪਰ ਇਹ ਚੱਲਣਾ ਨਹੀਂ ਹੈ, ਇਹ ਭਗਤ ਸਿੰਘ ਦਾ ਯੁੱਗ ਚੱਲ ਰਿਹਾ। ਲੋਕ ਬੜੇ ਕ੍ਰਾਂਤੀਕਾਰੀ ਆ, ਆਉਣ ਵਾਲੇ ਕ੍ਰਾਂਤੀ ਦੇ ਵਿੱਚ ਇਹ ਵਹਿ ਨਾ ਜਾਣ ਕੇ ਧਿਆਨ ਰੱਖਣ। ਇਹ ਸਲਾਹ ਬਾਣਾ ਲਾ ਜੋ ਦਿਖ ਰਿਹਾ। ਜਿਵੇਂ ਕਿ ਤੁਸੀਂ ਗੱਲ ਅਕਸਰ ਸਮਾਜ ਮੁੱਦੇ ਦੀ ਚੱਕਦੇ ਹੋ, ਯੂਥ ਆਈਕਨ ਨੇ, ਜਿਮ ਓਨਰਸ ਨੇ ਆਪਣਾ ਅੱਜ ਜਿਮ ਵੀ ਸੇਲ ਤੇ ਲਾਤਾ, ਮਸ਼ੀਨਰੀਆਂ ਸੋਲਡ ਕਰਤੀਆਂ, ਸਭ ਕੁਝ ਯਾਨੀ ਕਿ ਖਤਾਰ ਤੇ ਆ। ਪਰ ਇਹ ਵੀ ਕਹਿ ਰਹੇ ਨੇ ਕਿ ਆਪਾਂ ਸਰਕਾਰ ਦੇ ਨਾਲ ਆ। ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਆਪਾਂ ਸਰਕਾਰ ਦੀ ਗਾਈਡਲਾਈਨ ਨੂੰ ਫੋਲੋ ਕਰਨ ਦੇ ਲਈ ਫੋਲੋ ਕਰ ਰਹੇ ਹਾਂ, ਪਰ ਸਰਕਾਰ ਸਾਨੂੰ ਕਿਤੇ ਨਾ ਕਿਤੇ ਰਣਨੀਤੀ ਤਾਂ ਦੇਵੇ, ਸਾਡੇ ਜਿਮ ਰੈਂਟ ਨੂੰ ਮਾਫ ਕਰਵਾਵੇ ਜਾਂ ਬਿਜਲੀ ਬਿੱਲ ਮਾਫ ਕਰਵਾਵੇ। ਸਾਡੇ ਸਕੂਲ ਦੇ ਬੱਚਿਆਂ ਦੀ ਫੀਸਾਂ ਉੱਦਾਂ ਹੀ ਪੈਂਡਿੰਗ ਆ, ਕਾਰੋਬਾਰ ਸਾਡੇ ਹੈ ਨਹੀਂ, ਆਪਾਂ ਜਾਈਏ ਕਿੱਦਾਂ? ਇੱਕ ਪਾਸੇ ਜਿਮ ਨਹੀਂ ਓਪਨ ਕਰਨ ਦੇ ਰਹੇ ਤੇ ਦੂਸਰੇ ਪਾਸੇ ਸਾਡੇ ਖਰਚੇ ਬਰਕਰਾਰ ਆ। ਮੈਂ ਗੱਲ ਕਰ ਰਿਹਾ ਨਾ ਵੀ ਖਰਚੇ ਵੀ ਬਰਕਰਾਰ ਹੈ, ਸਰਕਾਰਾਂ ਸੁਣ ਰਹੀਆਂ, ਫਿਰ ਕਰੇ ਬੰਦਾ ਕੀ ਕਰੇ? ਹੁਣ ਜੇ ਪ੍ਰੋਟੈਸਟ ਕਰਦੇ ਆ ਤਾਂ ਪੁਲਿਸ ਆ ਜਾਂਦੀ ਹੈ, ਉਹ ਪ੍ਰੋਟੈਸਟ ਨਹੀਂ ਕਰਨੇ। ਯਾਰ ਅਸੀਂ ਤਾਂ, ਇਹਨਾਂ ਨੇ ਤਾਂ ਇਕੱਠ ਨਹੀਂ ਕੀਤਾ, ਇਹਨਾਂ ਨੇ 4 ਬੰਦੇ ਤਾਂ ਹੀ ਰੱਖੇ ਵੀ ਤਾਂ ਕਰਕੇ ਸਾਡਾ ਮੈਸੇਜ ਜਾਣਾ। ਅਸੀਂ ਤਾਂ ਮੰਨਦੇ ਵੀ ਸਾਡਾ ਮੈਸੇਜ ਪ੍ਰੈਸ ਰਾਹੀਂ ਜਾਂਦਾ, ਪ੍ਰੈਸ ਦਾ ਯੁੱਗ ਹੈ। ਕਈ ਵਾਰੀ ਨਾ ਬੜੀ ਸ਼ਾਂਤੀ ਹੁੰਦੀ, ਉਹ ਕਹਿੰਦੇ ਸ਼ਾਂਤੀ ਕਿਉਂ? ਕਹਿੰਦਾ ਤੂਫਾਨ ਤੋਂ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਹੈ, ਜਾਂ ਬਾਅਦ ਦੀ ਸ਼ਾਂਤੀ ਹੁੰਦੀ ਹੈ ਜਾਂ ਪਹਿਲਾਂ ਦੀ ਸ਼ਾਂਤੀ ਹੈ। ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਹੈ। ਤੂਫਾਨ ਆਉਣ ਵਾਲਾ ਆ, ਸਰਕਾਰਾਂ ਸਮਝਣ ਜੇ ਤੂਫਾਨ ਆ ਗਿਆ ਨਾ, ਤੂਫਾਨ ਦੇ ਵਿੱਚ ਬਚਦਾ ਕੁਝ ਨਹੀਂ ਹੁੰਦਾ। ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਸਮਝਦੇ ਨਾ, ਕੰਸ ਵਰਗੇ ਚਲੇ ਗਏ, ਰਾਵਣ ਵਰਗੇ ਚਲੇ ਗਏ। ਤੂਫਾਨ, ਜਦੋਂ ਤੂਫਾਨ ਆਉਂਦਾ ਕੋਈ ਰਹਿੰਦਾ ਨਹੀਂ ਹੁੰਦਾ। ਇਸ ਕਰਕੇ ਤੂਫਾਨ ਨੂੰ ਸਮਝੋ, ਕਿਤੇ ਇਹ ਨਾ ਹੋਵੇ ਤੁਹਾਨੂੰ ਬਾਅਦ 'ਚ ਤੁਹਾਡੇ ਇਤਿਹਾਸ ਦੇ ਵਿੱਚ ਨਾਮ ਵੀ ਨਾ ਆਵੇ, ਪਤਾ ਨਹੀਂ ਲੱਗੇ ਤੁਸੀਂ ਆਏ ਸੀ ਕਿੱਥੋਂ ਤੇ ਗਏ ਕਿੱਥੋਂ। ਯੂਥ ਆਈਕਨ ਹੋਣ ਦੇ ਕਾਰਨ ਮੋਟੀਵੇਸ਼ਨ ਦੇ ਲਈ ਯੂਥ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਜਿਮ ਓਨਰਸ ਨੂੰ ਕੀ ਕਹਿਣਾ ਚਾਹੋਗੇ? ਕਿਵੇਂ ਤੁਸੀਂ ਇਹਨਾਂ ਨੂੰ ਆਸ਼ਵਾਸਨ ਦੇ ਰਹੇ ਹੋ? ਗੱਲ ਇੱਦਾਂ ਵੀ, ਚਾਹੇ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਈਏ, ਚਾਹੇ ਰਾਮ ਜੀ ਦੀ ਗੱਲ ਕਰ ਲਈਏ, ਚਾਹੇ ਕ੍ਰਿਸ਼ਨ ਮਹਾਰਾਜ ਦੀ ਗੱਲ ਕਰ ਲਈਏ, ਚਾਹੇ 1947 ਦੇ ਪਹਿਲਾਂ ਦੇ ਸ਼ਹੀਦਾਂ ਦੀ ਗੱਲ ਕਰ ਲਈਏ, ਲਾਲਾ ਲਾਜਪਤ ਰਾਏ, ਭਗਤ ਸਿੰਘ ਜੀ, ਰਾਜਗੁਰੂ ਜੀ, ਸਾਰਿਆਂ ਨੇ ਔਖਾ ਟਾਈਮ ਦੇਖਿਆ।
ਔਖੇ ਟਾਈਮ ਦੇ ਵਿੱਚ ਹੀ ਪਰਖ ਹੁੰਦੀ ਹੈ। ਜਿਹੜਾ ਸੋਨਾ ਹੁੰਦਾ ਨਾ ਤਪ ਕੇ ਨਿਕਲਦਾ, ਔਖੇ ਟਾਈਮ ਦੇ ਵਿੱਚ ਆਪਾਂ ਜੇ ਉੱਭਰ ਗਏ ਨਾ ਤੇ ਸਮਝ ਲਓ ਆਪਾਂ ਸਾਰੀ ਉਮਰ ਲੜਾਈ ਲੜ ਸਕਦੇ। ਤੇ ਇਸ ਕਰਕੇ ਲੜਾਈ ਲਈ ਤਿਆਰ ਹੋ। ਇਹ ਲੜਾਈ ਚੱਲ ਰਹੀ ਹੈ, ਜੰਗ ਚੱਲ ਰਹੀ ਹੈ, ਜਿੰਨਾ ਉੱਭਰਾਂਗੇ ਆਉਣ ਵਾਲੇ ਟਾਈਮ 'ਚ ਉਹਨਾਂ ਹੀਰੇ ਵਾਂਗੂ ਚਮਕਾਂਗੇ। ਇਸ ਕਰਕੇ ਪਰੇਸ਼ਾਨ ਹੋਣ ਦੀ ਲੋੜ ਨਹੀਂ, ਥੋੜ੍ਹਾ ਜਿਹਾ ਸਬਰ ਰੱਖੋ, ਵਾਚੋ, ਕਿਉਂਕਿ ਰੱਬ ਦੀ ਅੱਖਾਂ ਤਾਂ ਪਹਿਲਾਂ ਹੀ ਸੀ। ਰੱਬ ਨੂੰ ਤਾਂ ਸਭ ਦਿਖਦਾ, ਕੌਣ ਕੀ ਕਰ ਰਿਹਾ, ਕੌਣ ਕੀ ਨਹੀਂ ਕਰ ਰਿਹਾ। ਪਰ ਲੋਕਾਂ ਨੂੰ ਅੱਜ ਚਾਨਣ ਹੋ ਚੁੱਕਾ। ਲੋਕ ਅੱਜ ਚੈੱਕ ਕਰ ਚੁੱਕੇ, ਲੀਡਰਾਂ ਨੂੰ ਵੀ ਚੈੱਕ ਕਰ ਚੁੱਕੇ ਆ, ਸੋਸ਼ਲ ਵਰਕਰਾਂ ਨੂੰ ਵੀ ਚੈੱਕ ਕਰ ਚੁੱਕੇ ਆ, ਡਾਕਟਰਾਂ ਨੂੰ ਵੀ ਚੈੱਕ ਕਰ ਚੁੱਕੇ ਆ। ਜਿਹੜੇ ਸਮਾਜ ਸੇਵੀ ਆਪਣੇ ਨੂੰ ਵੱਡੇ ਕਹਿੰਦੇ ਸੀ, ਉਹਨਾਂ ਦੇ ਦਾਅਵੇ ਕਿੱਦਾਂ ਖੋਖਲੇ ਹੋਏ ਆ, ਕਿੱਦਾਂ ਉਹ ਜਿੱਦਾਂ ਪਾਣੀ ਦੇ ਉੱਤੇ ਬੁਲਬੁਲਾ ਆਇਆ ਉੱਦਾਂ ਫਟ ਗਿਆ ਨਾ। ਪਰ ਆਉਣ ਵਾਲੇ ਟਾਈਮ 'ਚ ਚੰਗੇ ਬੰਦੇ ਵੀ ਪਤਾ ਲੱਗ ਗਏ ਆ, ਤੇ ਇਸ ਕਰਕੇ ਚੰਗੇ ਬੰਦਿਆਂ ਨੂੰ ਪਹਿਚਾਣੋ ਤੇ ਮਾੜੇ ਬੰਦੇ ਦੀ ਪਹਿਚਾਣ ਕਰਕੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਵੜਨ ਨਾ ਦਿਓ ਆਪਣੇ ਘਰਾਂ ਦੇ ਵਿੱਚ। ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਨਾ ਵੀ ਕੁੰਡੀ ਨਾ ਖੜਕਾਉਣ ਦਿਓ। ਕਿਉਂਕਿ ਕੁੰਡੀ ਇਸ ਕਰਕੇ ਨਹੀਂ ਖੜਕਾਉਂਦੇ, ਜਿਹੜੇ ਸਾਨੂੰ ਵਰਗਲਾਉਂਦੇ ਸੀ, ਜਿਹੜੇ ਵੱਡੇ ਦਾਅਵੇ ਕਰਦੇ ਸੀ, ਹੱਥ ਉੱਚੇ ਕਰਕੇ ਕ੍ਰਾਂਤੀਕਾਰੀ ਦੇ ਨਾਅਰੇ ਲਾਉਂਦੇ ਸੀ, ਉਹ ਅੱਜ ਕਿੱਥੇ ਆ? ਅੱਜ ਲੁੱਕ ਕੇ ਕਿਉਂ ਬੈਠੇ ਆ? ਜੇ ਅੱਜ ਲੁੱਕ ਕੇ ਬੈਠੇ ਫਿਰ ਕਦੀ ਕੰਮ ਨਹੀਂ। ਜਿਹੜਾ ਬੰਦਾ ਔਖੇ ਟਾਈਮ 'ਚ ਨਹੀਂ ਨਾ ਕੰਮ ਆ ਸਕਦਾ, ਉਹਨੂੰ ਸੌਖੇ ਟਾਈਮ ਦੀ ਗੱਲ ਨਹੀਂ। ਇੱਕ ਬੜਾ ਵਧੀਆ ਬੰਦਾ ਮੈਨੂੰ ਮਿਲਿਆ ਸੀ, ਮੈਨੂੰ ਕਹਿੰਦਾ ਕਿ ਮੈਨੂੰ ਕਹਿੰਦਾ ਆਇਆ ਨਹੀਂ ਗਿਆ। ਮੈਂ ਕਿਹਾ ਯਾਰ ਮੈਂ ਬਿਜ਼ੀ ਸੀ। ਕਹਿੰਦਾ ਜਿਹੜਾ ਮਰਨ ਵੇਲੇ ਮੇਰੇ 'ਤੇ ਚਾਦਰ ਪਾਣੀ ਨਾ ਪਾਈਏ, ਮੈਨੂੰ ਹੁਣ ਆ ਕੇ ਮਿਲ ਜਾਓ। ਮਤਲਬ ਕਹਿਣ ਦਾ ਭਾਵ ਸਾਡੇ ਮਰਨ ਤੋਂ ਬਾਅਦ ਆ ਕੇ ਕੋਈ ਸੋਲੇ ਗਾਵੇ, ਉਹਦਾ ਕੀ ਫਾਇਦਾ? ਜੀਂਦੇ ਜੀ ਕਿਸੇ ਨੂੰ ਪੁੱਛ ਲਓ, ਜੇ ਰੱਬ ਨੂੰ ਲੱਭਣ ਜਾਣਾ, ਇਨਸਾਨ 'ਚ ਹੀ ਰੱਬ ਲੱਭਣਾ, ਕਿਸੇ ਹੋਰ ਤੋਂ ਰੱਬ ਨਹੀਂ ਲੱਭਣਾ। ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਕੁਛ ਇਨਸਾਨੀਅਤ ਦੇ ਨਾਤੇ ਵੀ ਰੱਬ ਨੂੰ ਪਾਣਾ, ਤੇ ਫਿਰ ਇਨਸਾਨ ਦੀ ਸੇਵਾ ਕਰੋ। ਇਨਸਾਨ ਵਿਚਾਰੇ ਮਰਦੇ ਪਏ ਆ, ਕਿਤੇ ਇਹ ਨਾ ਹੋਵੇ ਵੀ ਰੱਬ ਵੀ ਨਕਾਰ ਦੇ, ਫਿਰ ਦਰਵਾਜ਼ੇ ਕਿਤੋਂ ਨਹੀਂ ਖੁੱਲ੍ਹਣੇ। ਜਿਵੇਂ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ, ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾ ਦੇਵਾਂ। ਜਿਮ ਓਨਰਸ ਦੇ ਵੱਲੋਂ ਜਿਮ ਸੋਲਡ ਦੀਆਂ ਜਿਹੜੀਆਂ ਕੁਝ ਮਸ਼ੀਨਰੀਆਂ ਨੇ ਉਹ ਸੇਲ ਵੀ ਕਰ ਦਿੱਤੀਆਂ ਗਈਆਂ। ਬੈਨਰ ਦੇਖ ਰਹੇ ਹੋ, ਜਿਮ ਫੋਰ ਸੇਲ, ਜਿਹੜਾ ਇੱਕ ਜਿਮ ਪ੍ਰੋਜੈਕਟ ਲਾਇਆ ਸੀਗਾ, ਇੱਕ ਜਿਮ ਡ੍ਰੀਮ ਜਿਹਨੂੰ ਕਹਾਂਗੇ, ਜਿਮ ਡ੍ਰੀਮ ਨੂੰ ਲੈ ਕੇ ਇੱਕ ਜਿਮ ਪ੍ਰੋਡਕਟ ਲਾਇਆ ਸੀਗਾ ਕਿ ਆਪਾਂ ਯੂਥ ਨੂੰ ਨਸ਼ਿਆਂ ਦੇ ਵੱਲ ਨਹੀਂ ਲੈ ਕੇ ਜਾਵਾਂਗੇ, ਯੂਥ ਨੂੰ ਫਿੱਟ ਕਰਾਂਗੇ, ਆਪਣਾ ਇੰਡੀਆ ਵੀ ਫਿੱਟ ਹੋਵੇਗਾ, ਆਪਣੇ ਇੰਡੀਆ ਦੇ ਵੀ ਫਿਟਨੈਸ ਆਈਕਨ ਮੰਨੇ ਜਾਣਗੇ, ਵਰਲਡ ਵਾਈਡ ਰਿਕਾਰਡ ਕਰਾਂਗੇ। ਪਰ ਅੱਜ ਹਾਲਾਤ ਕੋਰੋਨਾ ਵਾਇਰਸ ਨੇ ਇਹੋ ਜਿਹੇ ਬਣਾਤੇ ਕਿ ਇਹਨਾਂ ਨੂੰ ਆਪਣੇ ਜਿਮ ਹੀ ਵੇਚਣੇ ਪੈ ਗਏ। ਸਰ, ਤੁਹਾਡੇ ਮਸਲਸ ਦੇਖ ਕੇ ਲੱਗ ਰਿਹਾ ਕਿ ਤੁਸੀਂ ਇਸ ਫੀਲਡ 'ਚੋਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਤੁਸੀਂ ਪਹਿਲਾਂ ਆਪਣੇ ਫੀਲਡ ਦੇ ਬਾਰੇ ਦੱਸੋਗੇ ਕੁਝ? ਹਾਂਜੀ, ਮੇਰਾ ਨਾਮ ਹੈਗਾ ਜੀ ਵਿਜੇਂਦਰ ਸਿੰਘ ਜੀ। ਮੈਨੂੰ ਘੱਟੋ ਘੱਟ 25 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਜੀ, ਬੋਡੀ ਬਿਲਡਿੰਗ ਦੇ ਲਾਈਨ 'ਚ। ਤੇ ਮੈਂ ਮਿਸਟਰ ਪੰਜਾਬ ਬਹੁਤ ਵਾਰ ਬਣ ਚੁੱਕੇ ਹਾਂ, ਠੀਕ ਹੈ ਜੀ, ਤੇ ਨੈਸ਼ਨਲ ਚੈਂਪੀਅਨ ਵੀ ਆ, ਨਾਰਥ ਇੰਡੀਆ ਵੀ ਆ। ਤੇ ਅੱਜ ਦਾ ਜੋ ਸਮਾਂ ਵਾ, ਅੱਜ ਐਂ ਲੱਗਦਾ ਵੀ ਅਸੀਂ ਕੋਈ ਗਲਤ ਲਾਈਨ ਚੁਣ ਲਈ ਆ, ਠੀਕ ਆ ਜੀ। ਜਾਂ ਤਾਂ ਅਸੀਂ ਸ਼ਰਾਬ ਵੇਚਦੇ ਹੁੰਦੇ, ਉਹ ਜ਼ਿਆਦਾ ਬੈਟਰ ਸੀਗਾ ਇਹਦੇ ਨਾਲੋਂ ਤਾਂ, ਠੀਕ ਆ ਜੀ। ਇਸ ਵੇਲੇ ਅਸੀਂ ਭੁੱਖੇ ਮਰ ਰਹੇ ਹਾਂ, ਮਤਲਬ ਸਾਡੇ ਇੰਨੇ ਕੁ ਮਾੜੇ ਹਾਲਾਤ ਆ ਗਏ। ਜਾਂ ਕਿਸੇ ਹੋਰ ਗੇਮ 'ਚ ਹੁੰਦੇ, ਕਬੱਡੀ ਜਾਂ ਭਲਵਾਨੀ 'ਚ ਹੁੰਦੇ, ਸਾਨੂੰ ਆਹ ਦਿਨ ਤਾਂ ਨਾ ਦੇਖਣਾ ਪੈਂਦਾ। ਇਹ ਟਾਈਮ ਤਾਂ ਇਹੋ ਜਿਹਾ ਸਾਡੇ 'ਤੇ ਆ ਚੁੱਕਿਆ ਵੀ ਸਾਨੂੰ ਮੰਗ ਕੇ ਖਾਣਾ ਪੈ ਰਿਹਾ। ਸਰਕਾਰ ਨੂੰ ਤੇ ਇਹੀ ਅਪੀਲ ਕਰਦਾ, ਯੂਥ ਨੂੰ ਨਾ ਮਾਰੋ, ਠੀਕ ਆ ਜੀ। ਸਾਡਾ ਕੁਝ ਸੋਚੋ, 1 ਅਗਸਤ ਤੱਕ ਜਿਮ ਖੋਲ੍ਹ ਦਿਓ, ਕਿਉਂਕਿ ਸਾਡਾ ਸਬਰ ਦਾ ਬੰਨ ਟੁੱਟ ਚੁੱਕਿਆ ਵਾ, ਬਿਲਕੁਲ ਹੀ। ਸਰਕਾਰ ਅੱਗੇ ਅਪੀਲ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸਾਡੇ ਜਿਮ ਖੋਲ੍ਹੇ ਜਾਣ। ਅਸੀਂ ਬਹੁਤ ਕਰਜ਼ਾਈ ਹੋ ਚੁੱਕੇ ਹਾਂ। ਜਿਮ ਬੰਦ ਨੇ, ਜਿਮ ਦੀਆਂ ਇਨਕਮਾਂ ਸਟਾਰਟ ਨਹੀਂ ਹੈਗੀਆਂ, ਘਰ ਗੁਜ਼ਾਰੀ 4 ਮਹੀਨੇ ਤੋਂ ਅਬਵ ਟਾਈਮ ਬੀਤ ਗਿਆ ਹੈਗਾ ਵਾ। ਪਰ ਰੋਜ਼ਗਾਰ ਕਿਤੇ ਨਾ ਕਿਤੇ ਕੁਝ ਰੋਜ਼ਗਾਰ ਚੱਲ ਵੀ ਪਏ, ਪਰ ਸਰਕਾਰਾਂ ਵੱਲੋਂ ਰਾਹਤ ਮਿਲੀ ਹੈ ਜਿਮ ਓਨਰਸ ਨੂੰ, ਨਾ ਹੀ ਕੋਈ ਸੁਸਾਇਟੀ ਦੇ ਵੱਲੋਂ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਤੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਇਹ ਘੱਟੋ ਘੱਟ ਜੇ 4.5 ਮਹੀਨੇ ਹੋ ਗਏ ਜਿਮ ਬੰਦ ਹੋਏ ਨੂੰ, ਠੀਕ ਹੈ ਜੀ। ਅਸੀਂ ਚਲੋ ਅਸੀਂ ਸਰਕਾਰ ਨੂੰ ਇਹ ਵੀ ਨਹੀਂ ਕਹਿੰਦੇ ਵੀ ਜਿਮ ਅੱਜ ਹੀ ਖੋਲ੍ਹ ਲਓ, ਚਲੋ ਨਾ ਖੋਲ੍ਹੋ ਜਿਮ, ਠੀਕ ਹੈ। ਉਦੋਂ ਬਾਅਦ 'ਚ ਜਿੰਨੇ ਸਾਨੂੰ ਜਿਮ ਦੇ ਰੈਂਟ ਪੈ ਰਹੇ ਆ, ਬਿਜਲੀ ਦੇ ਬਿੱਲ ਪੈ ਰਹੇ ਆ, ਠੀਕ ਆ ਜੀ। ਬਾਕੀ ਜਿਹੜੇ ਕਈ ਜਿਮ ਇਹੋ ਜਿਹੇ ਆ ਜਿਹੜੇ ਕਿ ਲੋਨ 'ਤੇ ਨੇ, ਇਹ ਸਾਰਾ ਮਤਲਬ ਰੈਂਟ ਸਾਡੇ ਮਾਫ ਹੋਣੇ ਚਾਹੀਦੇ ਆ, ਠੀਕ ਆ। ਨਹੀਂ ਮਾਫ, ਚਲੋ ਲੈਂਡਲੋਡ ਕਰਦਾ ਵੀ ਕਿਤੇ ਨਾ ਕਿਤੇ ਸਰਕਾਰ ਸਾਡੀ ਹੈਲਪ ਕਰੇ, ਫੰਡ ਦੇਵੇ। ਜਿੰਨੇ ਸਾਡੇ ਅਸੀਂ ਇੰਨੀਆਂ ਟਰੋਫੀਆਂ ਜਿੱਤੀਆਂ ਨੇ, ਇੰਨੇ ਮੈਡਲ ਜਿੱਤ ਚੁੱਕੇ ਹਾਂ, ਸਾਨੂੰ ਉਹਦਾ ਕੀ ਬੈਨੀਫਿਟ ਸਰਕਾਰ ਨੇ ਦਿੱਤਾ ਵਾ? ਡੀਮੋਟੀਵੇਸ਼ਨ ਆਉਂਦਾ ਅੰਦਰ ਕਿ ਯਾਰ ਆਪਾਂ ਇੰਡੀਆ ਦੇ ਲਈ, ਆਪਣੇ ਪੰਜਾਬ ਸੂਬੇ ਦੇ ਲਈ ਇੰਨੇ ਮੈਡਲਸ ਲੈ ਕੇ ਆਏ, ਪਰ ਅੱਜ ਉਹਨਾਂ ਦੀ ਬੁੱਕਤ ਨਹੀਂ ਪੈ ਰਹੀ। ਭਾਜੀ ਬਿਲਕੁਲ ਹੁੰਦਾ ਵਾ। ਮੈਂ ਹੁਣ ਆਪਦੇ ID 'ਤੇ ਪਰਸੋਂ ਜੋ ਉੱਥੇ ਇੱਕ ਪੋਸਟ ਪਾਈ ਆ ਵੀ ਮੈਂ ਬੋਡੀ ਬਿਲਡਿੰਗ ਛੱਡਣ ਲੱਗਿਆ, ਵੀ ਅੱਜ ਤੋਂ ਬਾਅਦ ਮੈਨੂੰ ਸਟੇਜ 'ਤੇ ਨਹੀਂ ਦੇਖੋਗੇ। ਹਾਲਾਂਕਿ ਮੈਂ ਇੰਨਾ ਕੁ ਜ਼ਿਆਦਾ ਆਪਦੀ ਗੇਮ ਨੂੰ ਪਿਆਰ ਕਰਦਾ, ਮੈਂ ਜਿਮ ਨੂੰ ਇੰਨਾ ਕੁ ਪਿਆਰ ਕਰਦਾ, ਮੰਦਰ ਗੁਰਦੁਆਰਾ ਸਭ ਕੁਝ ਸਾਡੇ ਲਈ ਇਹੀ ਆ। ਅੱਜ ਅਸੀਂ ਉੱਥੇ ਸੇਲ ਲਾ ਕੇ ਲਾਇਆ ਹੋਇਆ ਮਸ਼ੀਨਾਂ 'ਤੇ, ਅੰਦਰੋਂ ਦਿਲ ਰੋਂਦਾ ਵਾ ਸਾਡਾ ਵੀ ਸਾਨੂੰ ਆਹ ਵੀ ਦਿਨ ਦੇਖਣਾ ਪੈਣਾ ਸੀ, ਕਦੇ ਸੋਚਿਆ ਵੀ ਨਹੀਂ ਸੀ। ਅਮਰਜੋਤ ਜੀ, ਤੁਸੀਂ ਅੱਜ ਭਾਵੁਕ ਨਜ਼ਰ ਆ ਰਹੇ ਹੋ ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ। ਜਿਮ ਓਨਰਸ ਵੱਲੋਂ ਅੱਜ ਇੰਨੇ ਹਾਲਾਤ ਮਾੜੇ ਆ ਗਏ ਕਿ ਉਹਨਾਂ ਨੂੰ ਆਪਣਾ ਜਿਮ ਸੇਲ ਕਰਨਾ ਪੈ ਗਿਆ। ਸਰਕਾਰਾਂ ਨੂੰ ਲਾਸਟ ਅਪੀਲ ਕੀ ਕਰਨਾ ਚਾਹੋਗੇ ਤੁਸੀਂ, ਕਿਉਂਕਿ ਪ੍ਰਦਰਸ਼ਨ ਦਾ ਤਾਂ ਕੋਈ ਹੱਲ ਹੋ ਨਹੀਂ ਰਿਹਾ? ਭਾਈ ਦੇਖੋ, ਭਾਵੁਕ ਜਿਹੜਾ ਹੈਗਾ ਤੁਹਾਨੂੰ ਵੀ ਪਤਾ, ਜਾਂ ਤਾਂ ਅਸੀਂ ਤੁਹਾਨੂੰ ਮੇਰਾ ਸ਼ੁਰੂ ਤੋਂ ਜਾਣਦੇ ਹੋ, ਜਾਂ ਤਾਂ ਮੈਨੂੰ ਬਿਜ਼ਨਸ ਦੇ ਤਰ੍ਹਾਂ ਘੱਟੋ ਘੱਟ ਲਿੱਤਾ ਹੈ ਤਾਂ ਵੈ। ਫਿਰ ਮੈਂ ਸੋਚਿਆ ਨਹੀਂ ਯਾਰ, ਇਹ ਬਿਜ਼ਨਸ ਬੰਦ ਕਰਕੇ ਮੈਂ ਕੋਈ ਹੋਰ ਕਰਾਂ। ਇੱਕ ਸੇਵਾ ਭਾਵਨਾ, ਇੱਕ ਮੇਰਾ ਯਾਨੀ ਕਿ ਤੁਸੀਂ ਲਗਾ ਲਓ ਕਿ ਲੋਕਾਂ ਨੂੰ ਮੋਟੀਵੇਟ ਕਰਨ ਦਾ ਸ਼ੁਰੂ ਤੋਂ ਹੀ ਆਦਤ ਹੈ ਕਿ ਉਹਨਾਂ ਨੂੰ ਕਰੀਏ ਕਿ ਜਿਹੜਾ ਡਿਪਰੈਸ਼ਨ 'ਚ ਹੁੰਦਾ ਉਹਨੂੰ ਥੋੜ੍ਹਾ ਡਿਪਰੈਸ਼ਨ ਠੀਕ ਹੋਏ।
ਬਟ ਇਸ ਟਾਈਮ ਅਸੀਂ ਖੁਦ ਹੀ ਡਿਪਰੈਸ਼ਨ 'ਚ ਆ ਚੁੱਕੇ ਹਾਂ। ਤੁਸੀਂ ਲਗਾਓ ਕਿ ਜਿਹੜੀ ਚੀਜ਼ ਆਪਾਂ ਬੱਚਾ ਵਗਨ ਪਾਲੀ ਹੋਏ ਉਹਨੂੰ ਇੱਕੋ ਦਮ ਹੀ ਛੱਡਣਾ ਪੈ ਜੇ। ਗੁਜ਼ਾਰਾ ਹੋ ਜਾਏਗਾ ਜਿਮ ਸੇਲ ਕਰਕੇ? ਜੀ ਪਾਉਂਗੇ ਇਸ ਲਾਈਨ ਤੋਂ ਬਗੈਰ? ਭਾਜੀ ਜੀ ਤਾਂ ਨਹੀਂ ਪਾਵਾਂਗੇ। ਅਮਰਜੋਤ ਜੀ ਥੋੜ੍ਹੇ ਜਿਹੇ ਭਾਵੁਕ ਨੇ। ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਫੀਲਡ ਬਾਰੇ, ਜਿਸ ਦੇ ਲਈ ਤੁਸੀਂ ਆਪਣੇ ਲਾਈਫ ਸਟਰਗਲ ਕੀਤੀ, ਨਾਮ ਰੋਸ਼ਨ ਕੀਤਾ, ਇੱਕ ਬ੍ਰਾਂਡ ਬਣਾਇਆ ਆਪਣੇ ਜਿਮ ਨੂੰ ਲੈ ਕੇ, ਅੱਜ ਉਸ ਜਿਮ ਨੂੰ ਸੇਲ ਕਰਨ ਜਾ ਰਹੇ ਹੋ, ਕੀ ਕਹਿਣਾ ਚਾਹੋਗੇ? ਭਾਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਹੁਣ ਮਨ ਟੁੱਟ ਗਿਆ ਇਸ ਕੰਮ ਨੂੰ ਲੈ ਕੇ, ਕਿਉਂਕਿ ਸਰਕਾਰ ਹੀ ਨਹੀਂ ਜਾਂ ਸਾਡੇ ਹੈਲਪ ਕਰਦੇ ਪਏ। ਅਸੀਂ ਕੀ ਕਰਾਂਗੇ ਉਹ ਤਿਰੰਗਾ ਚੱਕ ਕੇ? ਜਾਂ ਸਾਨੂੰ ਅੱਜ ਫੀਲ ਹੋ ਰਿਹਾ ਕਿ ਅਸੀਂ ਇੰਡੀਆ ਦੇ ਵਿੱਚ ਜੰਮੇ ਆ। ਸਭ ਤੋਂ ਮਾੜੇ ਕੰਟਰੀ ਬਣਾਤੇ ਇਹਨਾਂ ਸਰਕਾਰਾਂ ਨੇ। ਅਸੀਂ ਪਹਿਲਾਂ ਪ੍ਰਾਊਡ ਫੀਲ ਕਰਦੇ ਸੀ ਕਿ ਅਸੀਂ ਇੰਡੀਅਨ ਆ। ਤਾਂ ਤੁਸੀਂ ਸਭ ਤੋਂ ਬੈਸਟ ਚੀਜ਼ ਲਿੱਤੀ ਹੈ ਕਿ ਕਿਤੇ ਨਾ ਕਿਤੇ ਯੂਥ ਨੂੰ ਹੁਣ ਪੋਲੀਟੀਸ਼ੀਅਨ 'ਚੋਂ ਨਹੀਂ ਆਉਣਾ ਚਾਹੀਦਾ ਆਪਣੀ ਹੱਕ ਦੀ ਆਵਾਜ਼ ਦੇਣ ਲਈ। ਬਿਲਕੁਲ ਸਰ, ਆਉਣਾ ਚਾਹੀਦਾ। ਦੇਖੋ ਅਸੀਂ ਤਾਂ ਹੁਣ ਰਿਕੁਐਸਟ ਕਰਦੇ ਪਏ ਆ, ਕਹਿੰਦੇ ਮਰਦਾ ਕੀ ਨਹੀਂ ਕਰਦਾ। ਜਦ ਅਸੀਂ ਮਰਨ ਤੇ ਆ ਗਏ ਫਿਰ ਅਸੀਂ 10-12 ਲੈ ਕੇ ਹੀ ਮਰਾਂਗੇ। ਫਿਰ ਚਾਹੇ MP ਹੋਣ, ਚਾਹੇ ਕੈਪਟਨ ਸਾਹਿਬ ਹੋਣ, ਜਿਹੜਾ ਮਰਜ਼ੀ ਹੋਵੇ, ਕਿਉਂਕਿ ਇਹ ਸਾਡੇ ਲਈ ਸਰਕਾਰ ਨਹੀਂ ਕੁਛ ਕਰਦੀ। ਫਿਰ ਅਸੀਂ ਕੀ ਕਰੀਏ ਸਰਕਾਰ ਨੂੰ? ਅਸੀਂ ਸਰਕਾਰ ਦਾ ਘਰਾ ਕਰਾਂਗੇ। ਉਹਨਾਂ ਨੇ ਕਿਹਾ ਸੀ ਨੌਕਰੀਆਂ ਦੇਣ ਨੂੰ, ਸਾਨੂੰ ਨੌਕਰੀ ਦੇਣ। ਨਹੀਂ ਜਿਮ ਖੋਲ੍ਹਦੇ ਨਾ ਖੋਲ੍ਹ, 5 ਸਾਲ ਬੰਦ ਕਰਨ, ਸਾਡੀ ਚਾਬੀਆਂ ਲੈ ਲੈਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਨੂੰ ਨੌਕਰੀ ਦੇਣ, ਅਸੀਂ ਕਰਨ ਲਈ ਤਿਆਰ ਆ। ਨਹੀਂ ਤਾਂ ਫਿਰ ਅਸੀਂ ਜਦੋਂ ਆਪ ਪ੍ਰਦਰਸ਼ਨ ਕਰਨ ਤੇ ਆ ਗਏ, ਹਲੇ ਅਸੀਂ ਚੁੱਪ ਬੈਠੇ ਆ ਕਿ ਚਲੋ ਸਰਕਾਰ ਆਪਣੀ ਗਾਈਡਲਾਈਨ ਦੇ ਹਿਸਾਬ ਨਾਲ ਖੋਲ੍ਹ ਦੂਗੀ, ਪਰ ਨਹੀਂ ਖੋਲੂਗੀ। ਫਿਰ ਜੋ ਮਰਜ਼ੀ ਹੋ ਜੇ, ਚਾਹੇ ਪਰਚਾ ਹੋ ਜੂ, ਮਰਨਾ ਤਾਂ ਹੈਗਾ ਹੀ ਆ। ਇੱਦਾਂ ਵੀ ਮਰੇ ਤੇ ਉੱਦਾਂ ਵੀ ਮਰੇ, ਫਿਰ ਉਹੀ ਕੰਮ ਕਰਕੇ ਮਰਾਂਗੇ, ਨਾਲ 4 ਲੈ ਕੇ ਮਰਾਂਗੇ। ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜਜ਼ਬਾਤੀ ਹੋਏ ਨੇ ਜਿਮ ਓਨਰਸ, ਜਿਨ੍ਹਾਂ ਦੇ ਵੱਲੋਂ ਸਰਕਾਰਾਂ ਨੂੰ ਓਪਨ ਚੈਲੰਜ ਕੀਤਾ ਜਾ ਰਿਹਾ ਕਿ ਜਾਂ ਤਾਂ ਸਾਡੀ ਸੁਣਵਾਈ ਕਰ ਲਏ ਜਾਂ ਤਾਂ ਆਪਾਂ ਜਜ਼ਬਾਤੀ ਹੋ ਕੇ ਕੋਈ ਨਾ ਕੋਈ ਗਲਤ ਸਟੈਪ ਲੈ ਲਾਂਗੇ। ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਜਿਮ ਓਨਰਸ ਦੇ ਵੱਲੋਂ ਜਿਮ ਆਪਣਾ ਉਹ ਸੇਲ ਕਰ ਦਿੱਤਾ ਗਿਆ, ਜਿਹੜਾ ਕਿ ਇੱਕ ਡ੍ਰੀਮ ਪ੍ਰੋਜੈਕਟ ਲਾਇਆ ਗਿਆ ਸੀਗਾ। ਕਦੇ ਜਿਮ ਓਨਰਸ ਇੰਨੇ ਕੁ ਅੱਜ ਤੰਗ ਆ ਗਏ ਨੇ ਕਿ ਉਹਨਾਂ ਨੇ ਗੌਰਮੈਂਟਸ ਦੇ ਅੱਗੇ ਅਪੀਲ ਕੀਤੀ ਹੈ, ਜਾਂ ਤਾਂ ਸਾਡੇ ਜਿਮ ਓਨਰਸ ਦੀ ਰਿਫੰਡਿੰਗ ਕੀਤੀ ਜਾਵੇ ਜਾਂ ਫੰਡਿੰਗ ਕੀਤੀ ਜਾਵੇ, ਜਾਂ ਸਾਨੂੰ ਨੌਕਰੀਆਂ ਦਿੱਤੀ ਜਾਣੀਆਂ, ਸਾਡੇ ਜਿਮ ਓਪਨ ਕਰ ਦਿੱਤੇ ਜਾਣ, ਸਾਡੀ ਸੁਣਵਾਈ ਹੋਵੇ। ਇਲੈਕਸ਼ਨਾਂ ਦੇ ਟਾਈਮ ਤੇ ਤਾਂ ਉਹਨਾਂ ਨੂੰ ਹਰ ਇੱਕ ਪੋਲੀਟੀਸ਼ੀਅਨਸ ਨੂੰ ਯੂਥ ਚਾਹੀਦਾ, ਪਰ ਅੱਜ ਆ ਕੇ ਸਾਡੀ ਨਾ ਤਾਂ ਕਿਸੇ ਨੇ ਸਾਰ ਲਿੱਤੀ ਹੈ, ਨਾ MP ਨੇ ਸਾਰ ਲਿੱਤੀ, ਨਾ MLA ਨੇ ਸਾਰ ਲਿੱਤੀ ਹੈ। ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਆਪਾਂ ਵੀ ਇਸ ਦੇਸ਼ ਦੇ ਨਾਗਰਿਕ ਹਾਂ, ਸਾਨੂੰ ਵੀ ਇਸ ਦੇਸ਼ 'ਚ ਰਹਿਣ ਦਾ ਹੱਕ ਹੈ, ਤੇ ਅਸੀਂ ਵੀ ਇਸ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਲਈ ਮੈਡਲਸ ਲੈ ਕੇ ਆਏ ਹਾਂ। ਉਸ ਮੈਡਲਸ ਦੀ ਅੱਜ ਬੁੱਕਤ ਪੈਣੀ ਚਾਹੀਦੀ ਹੈ। ਬਾਕੀ ਅਪਡੇਟਸ ਲਈ ਦੇਖਦੇ ਰਹੋ PV ਲਾਈਵ।